ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬੈਸਟ ਵਿਸ਼ੇਸ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ RAC ਰੈਫਰੀਜਰੇਸ਼ਨ ਐਂਡ 에ਅਰ ਕੰਡੀਸ਼ਨਿੰਗ ਸਬਜੈਕਟ ਦੇ ਵਿੱਚ ਪ੍ਰੋਪਰਟੀਜ਼ ਆਫ ਰੈਫਰੀਜਰੈਂਟਸ ਦੇ ਬਾਰੇ, ਜੋ ਕਿ ਇੱਕ ਰੈਫਰੀਜਰੈਂਟ ਚੈਪਟਰ ਹੈ, ਉਸ ਦਾ ਹੀ ਇੱਕ ਅਗਲਾ ਟੌਪਿਕ ਹੈ। ਸੋ ਇਸ ਵਿੱਚ ਅਸੀਂ ਗੱਲ ਕਰਾਂਗੇ ਪ੍ਰੋਪਰਟੀਜ਼ ਆਫ ਅਮੋਨੀਆ, R22, R134A, R744, R11, R12, R502 ਐਂਡ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਇੱਕ ਆਈਡਲ ਰੈਫਰੀਜਰੈਂਟਸ ਦੀਆਂ ਕੀ ਪ੍ਰੋਪਰਟੀਜ਼ ਹੋ ਸਕਦੀਆਂ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਅੱਜ ਅਮੋਨੀਆ ਦੇ ਬਾਰੇ। ਅਮੋਨੀਆ ਦਾ ਜੋ ਮਾਰਕੀਟ ਨੇਮ ਹੈ ਉਹ ਹੈ R717, ਜਿਵੇਂ ਕਿ ਤੁਸੀਂ ਸਾਹਮਣੇ ਦੇਖ ਪਾ ਰਹੇ ਹੋ। ਸੋ ਇਹਦੀਆਂ ਪ੍ਰੋਪਰਟੀਜ਼ ਦੇ ਉੱਤੇ ਗੱਲ ਕਰਨੀ ਹੈ। ਇਸ ਦਾ ਜੋ ਕੈਮੀਕਲ ਫਾਰਮੂਲਾ ਹੈ ਉਹ ਹੈ NH3। ਸੋ ਫਸਟ ਪ੍ਰੋਪਰਟੀ ਇਹਦੇ ਉੱਤੇ ਹੀ ਹੈ ਕਿ ਇਹ ਇੱਕ ਕੈਮੀਕਲ ਕੰਪਾਊਂਡ ਹੈ ਨਾਈਟ੍ਰੋਜਨ ਤੇ ਹਾਈਡਰੋਜਨ ਦਾ, ਜਿਹਦੇ ਇੱਕ ਮੋਲੀਕਿਊਲ ਆਫ ਅਮੋਨੀਆ ਦੇ ਵਿੱਚ ਇੱਕ ਐਟਮ ਨਾਈਟ੍ਰੋਜਨ ਦੀ ਤੇ 3 ਐਟਮ ਹਾਈਡਰੋਜਨ ਦੇ ਮੰਨੇ ਜਾਂਦੇ ਨੇ। ਅਗਲੀ ਪ੍ਰੋਪਰਟੀ ਉਹ ਗੱਲ ਕਰ ਰਿਹਾ, ਕਹਿੰਦਾ ਇਹ ਸਭ ਤੋਂ ਪੁਰਾਣਾ ਤੇ ਬਹੁਤ ਵਾਈਡਲੀ ਯੂਜ਼ ਹੋਣ ਵਾਲਾ ਰੈਫਰੀਜਰੈਂਟ ਹੈ। ਤੀਸਰੇ ਨੰਬਰ 'ਤੇ ਉਹ ਗੱਲ ਕਰ ਰਿਹਾ, ਕਹਿੰਦਾ ਜੀ ਇਹ ਇੱਕ ਕਲਰਲੈਸ ਗੈਸ ਹੈ ਜਿਹਦੀ ਇੱਕ ਪੰਜੈਂਟ ਬਹੁਤ ਤਿੱਖੀ ਜੀ ਸਮੈਲ ਹੁੰਦੀ ਹੈ। ਅਗਲੇ ਪੁਆਇੰਟ 'ਚ ਗੱਲ ਕਰ ਰਿਹਾ, ਕਹਿੰਦਾ ਇਟ ਇਜ਼ ਹਾਈਲੀ ਟੌਕਸਿਕ, ਬਹੁਤ ਹੀ ਖਤਰਨਾਕ ਹੈ, ਛੇਤੀ ਅੱਗ ਫੜਨ ਵਾਲਾ, ਫਲੇਮੇਬਲ ਹੈ ਐਂਡ ਫੂਡ ਡਿਸਟਰੋਇੰਗ ਹੈ। ਇਹਦੇ ਵਿੱਚ ਹੈਲਪ ਨਾਲ ਠੰਡਾ ਕੀਤਾ ਹੋਇਆ ਫੂਡ ਡਿਸਟਰੋਏ ਹੋ ਸਕਦਾ ਹੈ, ਫੂਡ ਨੂੰ ਡਿਸਟਰੋਏ ਕਰਨ ਦੀ ਇਹਦੀ ਪ੍ਰੋਪਰਟੀ ਹੈ। ਨੈਕਸਟ ਉਹ ਗੱਲ ਕਰ ਰਿਹਾ, ਇਟ ਇਜ਼ ਦਾ ਚੀਪੈਸਟ ਐਂਡ ਈਜ਼ੀਲੀ ਅਵੇਲੇਬਲ ਰੈਫਰੀਜਰੈਂਟ, ਕਿ ਇਹ ਸਭ ਤੋਂ ਸਸਤਾ ਤੇ ਈਜ਼ੀਲੀ ਅਵੇਲੇਬਲ ਹੋ ਜਾਣ ਵਾਲਾ ਰੈਫਰੀਜਰੈਂਟ ਹੈ। ਇਸ ਨੂੰ ਅਸੀਂ ਐਕਸਟੈਂਸਿਵਲੀ ਕਿੱਥੇ ਯੂਜ਼ ਕਰਦੇ ਹਾਂ? ਆਈਸ ਪਲਾਂਟਸ ਦੇ ਵਿੱਚ, ਲਾਰਜ ਕੋਲਡ ਸਟੋਰੇਜਿਸ ਦੇ ਵਿੱਚ ਐਂਡ ਸਟੈਕਿੰਗ ਰਿੰਗਸ ਦੇ ਵਿੱਚ ਅਸੀਂ ਇਸਦਾ ਇਸਤੇਮਾਲ ਲਾਰਜਲੀ ਕਰਦੇ ਹਾਂ। ਨੈਕਸਟ ਉਹ ਇਹਦੀਆਂ ਕੁਝ ਥਰਮਲ ਪ੍ਰੋਪਰਟੀਜ਼ ਦੇ ਬਾਰੇ ਗੱਲ ਕਰ ਰਿਹਾ, ਕਹਿੰਦਾ ਜੀ ਇਹਦੀਆਂ ਥਰਮਲ ਪ੍ਰੋਪਰਟੀਜ਼ ਕਾਫੀ ਵਧੀਆ ਹੋਣ ਕਰਕੇ ਇਸ ਨੂੰ ਅਸੀਂ ਵੇਅਰ ਹਾਊਸ ਪਲਾਂਟਸ ਦੇ ਵਿੱਚ ਯੂਜ਼ ਕਰਦੇ ਹਾਂ, ਆਈਸ ਕ੍ਰੀਮ ਮੈਨੂਫੈਕਚਰਿੰਗ ਯੂਨਿਟਸ ਦੇ ਵਿੱਚ ਯੂਜ਼ ਕਰਦੇ ਹਾਂ, ਬੀਅਰ ਮੈਨੂਫੈਕਚਰਿੰਗ ਯੂਨਿਟਸ ਦੇ ਵਿੱਚ ਯੂਜ਼ ਕਰਦੇ ਹਾਂ, ਜਾਂ ਫੂਡ ਫਰੀਜ਼ਿੰਗ ਪਲਾਂਟਸ ਦੇ ਵਿੱਚ ਯੂਜ਼ ਕਰਦੇ ਹਾਂ। ਨੈਕਸਟ ਉਹ ਗੱਲ ਕਰ ਰਿਹਾ, ਕਹਿੰਦਾ ਜੀ ਜੋ ਅਮੋਨੀਆ ਹੈ ਇਸ ਦੀ ਇੱਕ ਪ੍ਰੋਪਰਟੀ ਹੈ ਜਿਹਦੇ ਕਰਕੇ ਇਹ ਕਾਪਰ ਨੂੰ ਮੋਇਸਚਰ ਕੰਟੈਂਟ ਦੀ ਪ੍ਰੈਜ਼ੈਂਸ ਦੇ ਵਿੱਚ ਈਜ਼ੀਲੀ ਅਟੈਕ ਕਰ ਸਕਦਾ। ਸੋ ਇਸ ਦੇ ਉਲਟ ਉਹ ਗੱਲ ਕਰ ਰਿਹਾ, ਕਹਿੰਦਾ ਕਿ ਜੋ ਅਮੋਨੀਆ ਹੈ ਇਹ ਆਇਰਨ ਤੇ ਸਟੀਲ ਨੂੰ ਕੁਛ ਨਹੀਂ ਕਹਿੰਦਾ। ਸੋ ਜਦੋਂ ਵੀ ਕਿਸੇ ਸਿਸਟਮ ਦੇ ਵਿੱਚ ਅਸੀਂ ਅਮੋਨੀਆ ਐਜ਼ ਅ ਰੈਫਰੀਜਰੈਂਟ ਯੂਜ਼ ਕਰਦੇ ਹਾਂ ਤਾਂ ਉਹਦੀਆਂ ਜਿਹੜੀਆਂ ਪਾਈਪਸ ਹੁੰਦੀਆਂ ਨੇ ਜਿਸ ਦੇ ਵਿੱਚ ਦੀ ਰੈਫਰੀਜਰੈਂਟ ਮੂਵ ਕਰਨਾ, ਤਾਂ ਉੱਥੇ ਉਹ ਪਾਈਪਸ ਅਸੀਂ ਸਟੀਲ ਦੀਆਂ ਯੂਜ਼ ਕਰਦੇ ਹਾਂ। ਨੈਕਸਟ ਉਹ ਗੱਲ ਕਰਦੇ ਹਾਂ ਜੀ ਅਬਾਊਟ ਇਹਦੇ ਬੋਇਲਿੰਗ ਪੁਆਇੰਟ ਦੇ ਬਾਰੇ, ਕਿ ਜੋ ਇਸ ਦਾ ਬੋਇਲਿੰਗ ਪੁਆਇੰਟ ਹੈ ਉਹ -33 ਡਿਗਰੀ ਸੈਂਟੀਗ੍ਰੇਡ ਹੈ ਐਟਮੋਸਫੇਰਿਕ ਪ੍ਰੈਸ਼ਰ ਤੇ ਟੈਂਪਰੇਚਰ ਦੇ ਉੱਤੇ। ਸੋ ਇਸ ਦਾ ਬੋਇਲਿੰਗ ਪੁਆਇੰਟ ਹੈਲਪ ਕਰਦਾ to have refrigeration at temperature below 0 degree centigrade at atmospheric pressure in evaporator, ਕਿ evaporator ਦੇ ਵਿੱਚ ਜਦੋਂ ਅਸੀਂ 0 ਡਿਗਰੀ ਤੋਂ ਨੀਚੇ ਕੂਲਿੰਗ ਕਰਨੀ ਹੋਵੇ ਤਾਂ ਉਹ ਸਾਨੂੰ ਬਹੁਤ ਹੀ ਹੈਲਪ ਦਿੰਦਾ ਹੈ, ਇਸ ਦਾ ਲੋ ਬੋਇਲਿੰਗ ਪੁਆਇੰਟ। ਨੈਕਸਟ ਉਹ ਗੱਲ ਕਰਦਾ ਜੀ ਇਸ ਤੇ ਮੈਲਟਿੰਗ ਪੁਆਇੰਟ ਦੇ ਬਾਰੇ। ਮੈਲਟਿੰਗ ਪੁਆਇੰਟ ਫਰੋਮ ਸੋਲਿਡ ਟੂ ਲਿਕੁਇਡ ਇਜ਼ -78 ਡਿਗਰੀ ਸੈਂਟੀਗ੍ਰੇਡ, ਕਿ ਜਦੋਂ ਵੀ ਕੋਈ ਸੋਲਿਡ ਫਾਰਮ ਤੋਂ ਲਿਕੁਇਡ ਫਾਰਮ ਦੇ ਵਿੱਚ ਅਮੋਨੀਆ ਕਨਵਰਟ ਕਰਦਾ ਤਾਂ ਉਸ ਦਾ ਜੋ ਮੈਲਟਿੰਗ ਪੁਆਇੰਟ ਹੈ ਉਹ -78 ਡਿਗਰੀ ਸੈਂਟੀਗ੍ਰੇਡ ਹੈ। ਔਰ ਨਾਲ ਹੀ ਉਹ ਇੱਕ ਇਹਦੀ ਹੋਰ ਇੰਪੋਰਟੈਂਟ ਜੋ ਪ੍ਰੋਪਰਟੀ ਹੈ ਇਸ ਦੀ ਲੇਟੈਂਟ ਹੀਟ ਵੈਲਿਊ, ਉਹਦੇ ਬਾਰੇ ਗੱਲ ਕਰ ਰਿਹਾ, ਕਹਿੰਦਾ -15 ਡਿਗਰੀ ਸੈਂਟੀਗ੍ਰੇਡ ਦੇ ਉੱਤੇ ਇਸ ਦੀ ਜੋ ਲੇਟੈਂਟ ਹੀਟ ਦੀ ਵੈਲਿਊ ਹੈ ਉਹ ਹੈ 1315 ਕਿਲੋ ਜਾਊਲ ਪਰ kg। ਕਹਿੰਦਾ ਮਤਲਬ ਜਦੋਂ ਕੰਡੈਂਸੇਟਿੰਗ ਟੈਂਪਰੇਚਰ ਹੋਊਗਾ, ਸੌਰੀ ਮੈਂ ਗਲਤੀ ਨਾਲ ਕੰਡੈਂਸੇਟਿੰਗ ਕਹਿ ਗਿਆ, ਇਵੈਪੋਰੇਟਰ ਦੇ ਵਿੱਚ ਜਦੋਂ ਇਵੈਪੋਰੇਸ਼ਨ ਹੋਊਗੀ, ਜਦੋਂ ਲੋ ਟੈਂਪਰੇਚਰ ਦੇ ਉੱਤੇ ਸਾਡਾ ਸਿਸਟਮ ਵਰਕਆਊਟ ਕਰ ਰਿਹਾ ਤਾਂ ਉਸ ਟਾਈਮ ਜਿਹੜੀ ਲੇਟੈਂਟ ਹੀਟ ਨੂੰ ਰਿਮੂਵ ਕਰਨ ਦੀ ਕਪੈਸਿਟੀ ਹੈ ਜਾਂ ਲੇਟੈਂਟ ਹੀਟ ਰਿਮੂਵਲ ਦਾ ਜੋ ਵੈਲਿਊ ਹੈ ਉਹ ਹੈ 1315 ਕਿਲੋ ਜਾਊਲ ਪਰ kg। ਅਗਲੇ ਪੁਆਇੰਟ 'ਚ ਉਹ ਗੱਲ ਕਰ ਰਿਹਾ ਜੀ ਇਟ ਇਜ਼ ਪੋਇਜ਼ਨਸ ਗੈਸ, ਕਿ ਇਹ ਇੱਕ ਪੋਇਜ਼ਨਸ ਗੈਸ ਹੈ। ਜੇਕਰ ਅਸੀਂ ਇਸ ਨੂੰ ਸਾਹ ਦੇ ਨਾਲ ਆਪਣੇ ਸਰੀਰ ਦੇ ਅੰਦਰ ਲੈ ਜਾਈਏ ਇੱਕ ਲਾਰਜ ਕੁਆਂਟੀਟੀ ਦੇ ਵਿੱਚ ਤਾਂ ਸਾਡੀ ਮੌਤ ਵੀ ਹੋ ਸਕਦੀ ਆ। ਬਟ ਕਹਿੰਦਾ ਜੇ ਲੈਸਰ ਕੁਆਂਟੀਟੀ ਦੇ ਵਿੱਚ ਵੀ ਅਸੀਂ ਇਸ ਨੂੰ ਇਨਹੇਲ ਕਰ ਲੈਂਦੇ ਹਾਂ ਆਪਦੇ ਅੰਦਰ ਸਾਹ ਦੇ ਨਾਲ, ਤਾਂ ਇਹ ਸਾਡੀ ਆਈਜ਼ ਦੇ ਵਿੱਚ ਇਰੀਟੇਸ਼ਨ ਪੈਦਾ ਕਰਦੀ ਹੈ, ਨੋਜ਼ ਦੇ ਵਿੱਚ ਇਰੀਟੇਸ਼ਨ ਪੈਦਾ ਕਰਦੀ ਹੈ, ਗਲੇ ਦੇ ਵਿੱਚ ਖਰਾਸ਼ ਪੈਦਾ ਕਰਦੀ ਹੈ। ਨੈਕਸਟ ਪੁਆਇੰਟ ਦੇ ਵਿੱਚ ਉਹ ਗੱਲ ਕਰ ਰਿਹਾ, ਇਟ ਬਿਕਮਸ ਐਨ explosive mixture when mixed with air as 16 to 25% of ammonia in air by volume, ਕਿ by volume ਅਗਰ ਹਵਾ ਦੇ ਵਿੱਚ 16 ਤੋਂ 25% ਅਗਰ ਅਮੋਨੀਆ ਮਿਕਸ ਕਰ ਦਿੱਤੀ ਜਾਵੇ ਤਾਂ ਉਹ ਇੱਕ ਐਕਸਪਲੋਸਿਵ ਮਿਕਸਚਰ ਦਾ ਰੂਪ ਵੀ ਲੈ ਸਕਦੀ ਆ। ਇਟ ਇਜ਼ ਲਾਈਟਰ ਦੈਨ ਆਇਲ ਸੋ ਈਜ਼ੀ ਟੂ ਸੈਪਰੇਟ, ਕਹਿੰਦਾ ਜੇਕਰ ਇਹ
ਆਪਣੇ ਕੋਲ ਆਇਲ ਦੇ ਨਾਲ ਮਿਕਸਅਪ ਕੀਤੀ ਜਾਵੇ ਅਮੋਨੀਆ ਤਾਂ ਈਜ਼ੀਲੀ ਇਹਨੂੰ ਸੈਪਰੇਟ ਵੀ ਕੀਤਾ ਜਾ ਸਕਦਾ, ਕਿਉਂਕਿ ਇਹ ਲਾਈਟਰ ਹੁੰਦੀ ਆ, ਹਲਕੀ ਹੁੰਦੀ ਹੈ ਆਇਲ ਦੇ ਨਾਲੋਂ। ਨੈਕਸਟ ਉਹ ਗੱਲ ਕਰ ਰਿਹਾ, ਕਹਿੰਦਾ ਸਰਫਲ ਕੈਂਡਲ ਦਾ ਅਸੀਂ ਯੂਜ਼ ਕਰ ਲੈਂਦੇ ਹਾਂ ਕਿ ਇਸ ਦੇ ਲੀਕੇਜ ਨੂੰ ਡਿਟੈਕਟ ਕਰਨ ਦੇ ਲਈ, ਕਿ ਸਲਫਰ ਜਿਹੜੀ ਕੈਂਡਲ ਹੈ ਉਸ ਦੇ ਨਾਲ ਅਸੀਂ ਈਜ਼ੀਲੀ ਇਸ ਦੀ ਲੀਕੇਜ ਨੂੰ ਡਿਟੈਕਟ ਕਰ ਸਕਦੇ ਹਾਂ। ਨੈਕਸਟ ਉਹ ਗੱਲ ਕਰ ਰਿਹਾ ਜੀ ਇਹਦੇ ਸਿਲੰਡਰ ਦੇ ਕਲਰ ਦੇ ਬਾਰੇ। ਜਿਵੇਂ ਅਸੀਂ ਟੌਪ ਦੇ ਉੱਤੇ ਦੇਖਿਆ ਸੀਗਾ ਰੈੱਡ ਕਲਰ ਦੇ ਵਿੱਚ ਲਿਖਿਆ ਹੋਇਆ ਕਿ ਇਸ ਦਾ ਜੋ ਸਿਲੰਡਰ ਕਲਰ ਕੋਡ ਹੈ ਉਹ ਅਸੀਂ ਬਲੈਕ ਯੂਜ਼ ਕਰਦੇ ਹਾਂ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਪ੍ਰੋਪਰਟੀਜ਼ ਆਫ R22। R22 ਕੀ ਹੈ? ਫਿਰੋਨ 22, ਜੋ ਕਿ ਇਸ ਦਾ ਕੈਮੀਕਲ ਨੇਮ ਹੈ, ਔਰ ਕੈਮੀਕਲ ਫਾਰਮੂਲਾ ਹੈ CHClF2, ਔਰ ਇਸ ਨੂੰ ਮੋਨੋਕਲੋਰੋ ਡਾਈਫਲੋਰੋ ਮਿਥੇਨ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ। ਸੋ ਉਹਦੀਆਂ ਪ੍ਰੋਪਰਟੀਜ਼ ਦੇ ਬਾਰੇ ਗੱਲ ਕਰਦੇ ਹਾਂ। ਇਟ ਇਜ਼ ਨਾਨ ਫਲੇਮੇਬਲ, ਨਾਨ ਟੌਕਸਿਕ ਐਂਡ ਹੈਜ਼ ਸਵੀਟ ਓਡੋਰ। ਕਹਿੰਦਾ ਇਹ ਆਪਣੇ ਕੋਲ ਨਾਨ ਫਲੇਮੇਬਲ ਹੈ, ਨਾਨ ਟੌਕਸਿਕ ਹੈ ਐਂਡ ਇਸ ਦੀ ਜੋ ਸਮੈਲ ਹੋਏਗੀ ਉਹ ਸਵੀਟ ਜੀ ਹੁੰਦੀ ਆ। ਇਟ ਇਜ਼ ਮਿਸੇਬਲ ਵਿਦ ਆਇਲ ਐਟ ਕੰਡੈਂਸਿੰਗ ਟੈਂਪਰੇਚਰ, ਕਿ ਕੰਡੈਂਸਿੰਗ ਟੈਂਪਰੇਚਰ ਦੇ ਉੱਤੇ ਇਹ ਈਜ਼ੀਲੀ ਆਇਲ ਦੇ ਨਾਲ ਮਿਕਸੇਬਲ ਹੋ ਜਾਂਦਾ ਹੈ। As compared with R12, it has a smaller compressor displacement about 60% and thus refrigerating capacity is 60% more। कि अगर इस नूं असीं R22 नूं R12 ਦੇ ਨਾਲ ਕੰਪੇਅਰ ਕਰਕੇ ਦੇਖੀਏ ਤਾਂ ਇਹਦੇ ਵਿੱਚ ਸਾਡੇ ਕੋਲ ਜੋ ਸਮਾਲਰ ਕੰਪਰੈਸਰ ਡਿਸਪਲੇਸਮੈਂਟ ਹੈ ਉਹ ਪਾਈ ਜਾਂਦੀ ਆ ਅਬਾਊਟ 60% ਦੀ। ਕਿ ਜੇਕਰ ਅਸੀਂ R12 ਸਿਸਟਮ ਇੱਕ ਦੇ ਵਿੱਚ ਯੂਜ਼ ਕਰਦੇ ਹਾਂ, ਇੱਕ ਸਿਸਟਮ ਦੇ ਵਿੱਚ ਅਸੀਂ R22 ਯੂਜ਼ ਕਰਦੇ ਹਾਂ, ਤਾਂ R22 ਵਾਲੇ ਜੋ ਸਿਸਟਮ ਦੀ ਕੰਪਰੈਸਰ ਡਿਸਪਲੇਸਮੈਂਟ ਦੀ ਜੋ ਕੁਆਲਿਟੀ ਹੋਏਗੀ, ਜੋ ਉਸ ਦੀ ਰਿਕੁਆਇਰਮੈਂਟ ਹੈ ਉਹ ਤਕਰੀਬਨ 60% ਘੱਟ ਹੋਏਗੀ। ਦਸ ਰੈਫਰੀਜਰੇਟਿੰਗ ਕਪੈਸਿਟੀ ਇਜ਼ 60% ਮੋਰ। ਤੋ ਇਸ ਕਰਕੇ ਸਾਡੀ ਜੋ ਕੰਪਰੈਸਰ ਡਿਸਪਲੇਸਮੈਂਟ ਹੈ ਘੱਟ ਹੋਣ ਕਰਕੇ ਜੋ ਸਾਡੀ ਰੈਫਰੀਜਰੇਟਿੰਗ ਕਪੈਸਿਟੀ ਹੈ ਉਹ 60% ਜ਼ਿਆਦਾ ਹੋ ਜਾਂਦੀ ਹੈ। ਇਟ ਇਜ਼ ਯੂਜ਼ਡ ਵਿਦ ਰੈਸੀਪ੍ਰੋਕੇਟਿੰਗ ਐਂਡ ਸੈਂਟਰੀਫਿਊਗਲ ਕੰਪਰੈਸਰਸ, ਕਿ ਇਹ ਸਾਡੇ ਕੋਲ ਰੈਸੀਪ੍ਰੋਕੇਟਿੰਗ ਅਤੇ ਸੈਂਟਰੀਫਿਊਗਲ ਕੰਪਰੈਸਰਸ ਦੇ ਨਾਲ ਯੂਜ਼ ਕੀਤੀ ਜਾਂਦੀ ਹੈ। ਕਿ ਜਿਸ ਸਿਸਟਮ ਦੇ ਵਿੱਚ ਅਸੀਂ ਰੈਸੀਪ੍ਰੋਕੇਟਿੰਗ ਅਤੇ ਸੈਂਟਰੀਫਿਊਗਲ ਕੰਪਰੈਸਰ ਯੂਜ਼ ਕਰਦੇ ਹਾਂ ਉਸ ਸਿਸਟਮ ਦੇ ਵਿੱਚ ਅਸੀਂ R22 ਦਾ ਯੂਜ਼ ਕਰਦੇ ਹਾਂ। ਇਟਸ ਬੋਇਲਿੰਗ ਪੁਆਇੰਟ ਇਜ਼ -41 ਡਿਗਰੀ ਸੈਂਟੀਗ੍ਰੇਡ ਐਟ ਐਟਮੋਸਫੇਰਿਕ ਪ੍ਰੈਸ਼ਰ, ਕਿ ਜਦੋਂ ਆਪਣੇ ਕੋਲ ਐਟਮੋਸਫੇਰਿਕ ਪ੍ਰੈਸ਼ਰ -41 ਡਿਗਰੀ ਸੈਂਟੀਗ੍ਰੇਡ ਹੋਊਗਾ ਤਾਂ ਉਸ ਜਗ੍ਹਾ 'ਤੇ ਇਹ ਆਪਣੀ ਬੋਇਲਿੰਗ ਸਟਾਰਟ ਕਰ ਦਿੰਦੀ ਹੈ। ਨੈਕਸਟ ਗੱਲ ਕਰ ਰਹੇ ਇਸ ਦੀ ਲੇਟੈਂਟ ਹੀਟ ਵੈਲਿਊ ਦੇ ਬਾਰੇ, ਜੋ ਕਿ -15 ਡਿਗਰੀ ਸੈਂਟੀਗ੍ਰੇਡ ਦੇ ਉੱਤੇ 216.5 ਕਿਲੋ ਜੂਲ ਪਰ kg ਦਿੰਦੀ ਹੈ। ਕਿ ਜਦੋਂ ਸਾਡੇ ਕੋਲ ਇਵੈਪੋਰੇਟਰ ਦੇ ਵਿੱਚ ਲੋਅਰ ਟੈਂਪਰੇਚਰ -15 ਡਿਗਰੀ ਸੈਂਟੀਗ੍ਰੇਡ ਹੋਵੇ ਤਾਂ ਉਸ ਟਾਈਮ ਬਿਫੋਰ ਕੰਪਰੈਸ਼ਨ, ਤਾਂ ਉਸ ਟਾਈਮ ਇਹਦੀ ਲੇਟੈਂਟ ਹੀਟ ਦੀ ਵੈਲਿਊ ਇਹ ਹੈ। ਇਟ ਨੀਡਸ ਡਰਾਇਰ ਐਂਡ ਹੈਜ਼ ਗੁੱਡ ਸੋਲਿਬਿਲਿਟੀ ਇਨ ਆਇਲ ਅਪ ਟੂ -9 ਡਿਗਰੀ ਸੈਂਟੀਗ੍ਰੇਡ, ਕਿ ਇਸ ਨੂੰ ਡਰਾਇਰ ਦੀ ਲੋੜ ਪੈਂਦੀ ਹੈ ਅਤੇ ਇਸ ਦੀ ਗੁੱਡ ਸੋਲਿਬਿਲਿਟੀ ਹੈ ਆਇਲ ਦੇ ਵਿੱਚ -9 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਤੱਕ ਦੀ। ਅਗਲੇ ਪੁਆਇੰਟ 'ਚੋਂ ਗੱਲ ਕਰ ਰਹੇ ਕਿ ਇਸ ਦਾ ਯੂਜ਼ ਅਸੀਂ ਕਿੱਥੇ ਕਰ ਸਕਦੇ ਹਾਂ। ਸੋ ਇਟ ਇਜ਼ ਯੂਜ਼ਡ ਇਨ ਆਲ ਟਾਈਪਸ ਆਫ ਹਾਊਸ ਹੋਲਡ ਐਂਡ ਕਮਰਸ਼ੀਅਲ ਰੈਫਰੀਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਪਲਾਂਟਸ ਐਟ ਲੋ ਟੈਂਪਰੇਚਰ ਐਪਲੀਕੇਸ਼ਨਸ, ਕਿ ਜਿਸ ਜਗ੍ਹਾ 'ਤੇ ਅਸੀਂ ਲੋ ਟੈਂਪਰੇਚਰ ਐਪਲੀਕੇਸ਼ਨਸ ਵਾਸਤੇ ਏਅਰ ਕੰਡੀਸ਼ਨਿੰਗ ਅਤੇ ਰੈਫਰੀਜਰੇਸ਼ਨ ਸਿਸਟਮ ਯੂਜ਼ ਕਰ ਰਹੇ ਨੇ, ਚਾਹੇ ਉਹ ਕਮਰਸ਼ੀਅਲ ਪਰਪਸ ਵਾਸਤੇ ਐਂਡ ਚਾਹੇ ਉਹ ਹਾਊਸ ਹੋਲਡ ਪਰਪਸਿਸ ਵਾਸਤੇ ਆ, ਉੱਥੇ ਅਸੀਂ ਇਸ ਦਾ ਇਸਤੇਮਾਲ ਕਰ ਸਕਦੇ ਹਾਂ। ਅੱਗੇ ਗੱਲ ਕਰ ਰਿਹਾ ਜੀ ਲੀਕ ਡਿਟੈਕਸ਼ਨ ਦੇ ਬਾਰੇ। ਕਹਿੰਦਾ ਇਹਨੂੰ ਅਸੀਂ ਚੈੱਕ ਕਰ ਸਕਦੇ ਹਾਂ ਸੋਪ ਸੋਲਿਊਸ਼ਨ ਦੇ ਨਾਲ, ਹਾਈਲਾਈਟ ਟਾਰਚ ਦੇ ਨਾਲ, ਇਲੈਕਟ੍ਰੋਨਿਕ ਡਿਟੈਕਟਰ ਦੇ ਨਾਲ। ਨੈਕਸਟ ਉਹ ਗੱਲ ਕਰ ਰਿਹਾ, ਕਹਿੰਦਾ ਸਿਲੰਡਰ ਜੋ ਇਹਦਾ ਕਲਰ ਕੋਡ ਹੈ R22 ਦਾ ਉਹ ਹੈ ਗ੍ਰੀਨ। ਐਂਡ ਨੈਕਸਟ ਉਹ ਗੱਲ ਕਰ ਰਿਹਾ, ਕਹਿੰਦਾ ਨੋਰਮਲ ਹੈਡ ਪ੍ਰੈਸ਼ਰ ਜੋ ਇਹਦਾ ਹੈ ਐਟ 30 ਡਿਗਰੀ ਸੈਂਟੀਗ੍ਰੇਡ ਇਜ਼ 10.88 bar at high side and 1.92 bar at -15 ਡਿਗਰੀ ਸੈਂਟੀਗ੍ਰੇਡ ਐਟ ਲੋ ਸਾਈਡ, ਕਿ ਜਦੋਂ ਅਸੀਂ ਸਿਸਟਮ ਦੇ ਵਿੱਚ ਵਰਕਿੰਗ ਦੇ ਦੌਰਾਨ -15 ਡਿਗਰੀ ਸੈਂਟੀਗ੍ਰੇਡ 'ਤੇ ਹੁੰਦੇ ਹਾਂ ਤਾਂ ਉਸ ਟਾਈਮ ਇਹਦਾ ਜੋ ਪ੍ਰੈਸ਼ਰ ਹੈ ਐਟਮੋਸਫੇਰਿਕ ਪ੍ਰੈਸ਼ਰ ਤੋਂ ਥੋੜ੍ਹਾ ਜ਼ਿਆਦਾ ਹੁੰਦਾ, ਜੋ ਕਿ ਹੈ 1.92 ਬਾਰ। ਐਂਡ ਆਫਟਰ ਕੰਪਰੈਸ਼ਨ ਜਦੋਂ ਟੈਂਪਰੇਚਰ ਸਾਡਾ ਪਹੁੰਚ ਜਾਂਦਾ 30 ਡਿਗਰੀ ਸੈਂਟੀਗ੍ਰੇਡ, ਉਸ ਟਾਈਮ ਇਹ ਸਾਨੂੰ ਪ੍ਰੈਸ਼ਰ ਦਿੰਦੀ ਹੈ 10.88 ਬਾਰ ਤੱਕ ਦਾ। ਨੈਕਸਟ ਹੈ ਜੀ ਸਾਡੇ ਕੋਲ ਪ੍ਰੋਪਰਟੀਜ਼ ਆਫ R134A, ਜਿਸ ਨੂੰ ਅਸੀਂ ਹਾਈਡਰੋਫਲੋਰੋਕਾਰਬਨ ਵੀ ਕਹਿੰਦੇ ਹਾਂ, HCF। ਸੋ ਪਹਿਲੇ ਨੰਬਰ 'ਤੇ ਉਹ ਗੱਲ ਕਰ ਰਿਹਾ, ਕਹਿੰਦਾ ਇਟ ਇਜ਼ ਕੰਪੋਜ਼ਡ ਆਫ 2 ਕਾਰਬਨ 2 ਹਾਈਡਰੋਜਨ ਐਂਡ 4 ਫਲੋਰੀਨ ਐਟਮਸ, ਕਿ ਇਸ ਦੇ ਇੱਕ ਮੋਲੀਕਿਊਲ ਦੇ ਵਿੱਚ 2 ਕਾਰਬਨ ਦੇ, 2 ਹਾਈਡਰੋਜਨ ਦੇ ਐਂਡ 4 ਫਲੋਰੀਨ ਦੇ ਐਟਮਸ ਹੁੰਦੇ ਨੇ, ਜਿਸ ਦਾ ਕੈਮੀਕਲ ਫਾਰਮੂਲਾ ਕੁਛ ਇਸ ਤਰੀਕੇ ਦੇ ਨਾਲ ਹੈ C2H2F4, ਔਰ ਇਸ ਦਾ ਮੋਲੀਕੂਲਰ ਜੋ ਵੇਟ ਹੈ ਉਹ ਹੁੰਦਾ ਸਾਡੇ ਕੋਲ 102.03।
ਨੈਕਸਟ ਉਹ ਗੱਲ ਕਰ ਰਿਹਾ ਇਟ ਇਜ਼ ਨॉन ਕਰੋਸਿਵ ਨॉन ਫਲੇਮੇਬਲ ਹੈਵਿੰਗ ਲੋ ਟੌਕਸਿਸਿਟੀ, ਕਿ ਇਹ ਸਾਡੇ ਕੋਲ ਕਰੋਜ਼ਨ ਵੀ ਨਹੀਂ ਹੋਣ ਦਿੰਦਾ, ਇਸ ਦੀ ਫਲੇਮੇਬਿਲਿਟੀ ਵੀ ਨਹੀਂ ਹੁੰਦੀ, ਕਿ ਜਦੋਂ ਇਹ ਅੱਗ ਦੇ ਸੰਪਰਕ ਦੇ ਵਿੱਚ ਕਿਸੇ ਤਰੀਕੇ ਨਾਲ ਆ ਜਾਵੇ ਤਾਂ ਬਹੁਤ ਜ਼ਿਆਦਾ ਅੱਗ ਨੂੰ ਭੜਕਾਉਂਦਾ ਨਹੀਂ ਆ। ਸੋ ਨੈਕਸਟ ਉਹ ਨਾਲ ਹੀ ਗੱਲ ਕਰ ਰਿਹਾ, ਕਹਿੰਦਾ ਜੀ ਇਟ ਹੈਵ ਲੋ ਟੌਕਸਿਸਿਟੀ, ਇਹ ਜ਼ਹਿਰੀਲਾ ਵੀ ਘੱਟ ਹੁੰਦਾ। ਇਟਸ ਥਰਮਲ ਕਰੈਕਟਰਿਸਟਿਕ, ਕੈਮੀਕਲ ਸਟੇਬਿਲਿਟੀ, ਐਫੀਸ਼ੀਐਂਸੀ, ਕੰਪੈਟੀਬਿਲਿਟੀ ਵਿਦ ਆਇਲ ਐਂਡ ਸਿਸਟਮ ਮਟੀਰੀਅਲ ਆਰ ਗੁੱਡ, ਕਿ ਜਿਹੜੀਆਂ ਇਹਦੀਆਂ ਕੁਝ ਪ੍ਰੋਪਰਟੀਜ਼ ਨੇ ਜਿਵੇਂ ਕਿ ਥਰਮਲ ਪ੍ਰੋਪਰਟੀਜ਼ ਨੇ, ਕੈਮੀਕਲ ਸਟੇਬਿਲਿਟੀ ਹੈ, ਐਫੀਸ਼ੀਐਂਸੀ ਹੈ, ਉਹ ਸਾਡੇ ਕੋਲ ਇਸ ਦੇ ਆਇਲ ਦੇ ਨਾਲ ਕੰਪੈਟੀਬਲ ਹੈ ਜਾਂ ਸਿਸਟਮ ਦੇ ਮਟੀਰੀਅਲ ਦੇ ਨਾਲ ਕੰਪੈਟੀਬਲ ਹੈ, ਗੁੱਡ ਰਿਜ਼ਲਟ ਦਿੰਦੀਆਂ ਨੇ। ਇਟ ਹੈਜ਼ ਹਾਈ ਇਲੈਕਟ੍ਰੀਕਲ ਰੈਜ਼ਿਸਟੈਂਸ ਐਂਡ ਇਟਸ ਲੀਕ ਡਿਟੈਕਸ਼ਨ ਇਜ਼ ਈਜ਼ੀ, ਕਿ ਇਹ ਆਪਣੇ ਕੋਲ ਹਾਈਲੀ ਇਲੈਕਟ੍ਰੀਕਲ ਰੈਜ਼ਿਸਟੈਂਸ ਹੈ, ਕਿ ਮੰਨ ਲਓ ਕਿਸੇ ਸਿਸਟਮ ਦੇ ਵਿੱਚ ਸਾਡੇ ਕੋਲ ਇਲੈਕਟ੍ਰਿਕ ਸ਼ਾਰਟ ਸਰਕਟਿੰਗ ਹੋ ਗਈ ਤਾਂ ਉਸ ਟਾਈਮ ਸਾਨੂੰ ਕਰੰਟ ਲੱਗਣ ਦਾ ਖਤਰਾ ਇਸ ਦੇ ਕਰਕੇ, ਇਸ ਰੈਫਰੀਜਰੈਂਟ ਦੇ ਕਰਕੇ ਨਹੀਂ ਹੁੰਦਾ, ਅਤੇ ਇਹਦੀ ਲੀਕ ਜਿਹੜੀ ਡਿਟੈਕਸ਼ਨ ਹੈ ਉਹ ਅਸੀਂ ਈਜ਼ੀਲੀ ਡਿਟੈਕਟ ਕਰ ਸਕਦੇ ਹਾਂ। ਨੈਕਸਟ ਪੁਆਇੰਟ ਦੇ ਵਿੱਚ ਗੱਲ ਕਰ ਰਹੇ ਬੋਇਲਿੰਗ ਪੁਆਇੰਟ ਦੇ ਬਾਰੇ, ਜੋ ਕਿ ਹੈ -26.16 ਡਿਗਰੀ ਸੈਂਟੀਗ੍ਰੇਡ। ਅਗਲੇ ਪੁਆਇੰਟ 'ਚ ਗੱਲ ਕਰ ਰਹੇ ਇਟਸ ਕ੍ਰਿਟੀਕਲ ਟੈਂਪਰੇਚਰ ਇਜ਼ ਅਬਾਊਟ 101.1 ਡਿਗਰੀ ਸੈਂਟੀਗ੍ਰੇਡ, 101.1 ਡਿਗਰੀ ਸੈਂਟੀਗ੍ਰੇਡ ਇਸ ਦਾ ਕ੍ਰਿਟੀਕਲ ਟੈਂਪਰੇਚਰ ਹੈ, ਅਤੇ ਇਹਦਾ ਕ੍ਰਿਟੀਕਲ ਪ੍ਰੈਸ਼ਰ ਹੈ ਅਬਾਊਟ 41 ਬਾਰ ਐਬਸੋਲੂਟ ਪ੍ਰੈਸ਼ਰ ਦੇ ਉੱਤੇ। ਨੈਕਸਟ ਪੁਆਇੰਟ ਦੇ ਵਿੱਚ ਉਹ ਗੱਲ ਕਰ ਰਿਹਾ ਸਟੈਂਡਿੰਗ ਪ੍ਰੈਸ਼ਰ ਦੇ ਬਾਰੇ, ਜੋ ਕਿ ਪ੍ਰੈਸ਼ਰ ਕਾਊਂਟ ਕੀਤਾ ਜਾਂਦਾ ਆਫਟਰ ਕੰਪਰੈਸ਼ਨ ਤੋਂ, ਕਿ ਕੰਪਰੈਸ਼ਨ ਹੋਣ ਤੋਂ ਬਾਅਦ ਜਦੋਂ ਟੈਂਪਰੇਚਰ ਸਾਡਾ 30 ਡਿਗਰੀ ਸੈਂਟੀਗ੍ਰੇਡ ਪਹੁੰਚ ਜਾਵੇ ਤਾਂ ਉਸ ਟਾਈਮ ਇਹ ਸਾਨੂੰ ਪ੍ਰੈਸ਼ਰ ਦਿੰਦਾ 6.8 ਬਾਰ ਤੱਕ ਦਾ। ਨੈਕਸਟ ਉਹ ਗੱਲ ਕਰ ਰਿਹਾ ਲੇਟੈਂਟ ਹੀਟ ਦੇ ਬਾਰੇ, ਕਹਿੰਦਾ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ ਦੀ ਵੈਲਿਊ ਹੈ -15 ਡਿਗਰੀ ਸੈਂਟੀਗ੍ਰੇਡ ਦੇ ਉੱਤੇ 205.2 ਕਿਲੋ ਜੂਲ ਪਰ kg, ਔਰ ਨਾਲ ਹੀ ਕਹਿੰਦਾ ਇਹਦੀ ਸੈਚੂਰੇਸ਼ਨ ਵੇਪਰ ਡੈਂਸਿਟੀ ਜੋ ਹੈ -25 ਡਿਗਰੀ ਸੈਂਟੀਗ੍ਰੇਡ ਦੇ ਉੱਤੇ ਉਹ ਹੈ 88.11 kg ਪਰ ਕਿਊਬਿਕ ਮੀਟਰ। ਲਾਸਟ 'ਤੇ ਉਹ ਗੱਲ ਕਰ ਰਿਹਾ, ਕਹਿੰਦਾ ਸਿਲੰਡਰ ਕਲਰ ਜੋ ਹੈ ਇਹਦਾ ਉਹ ਸਕਾਈ ਬਲੂ ਰੱਖਿਆ ਜਾਂਦਾ, ਜੋ ਇਹਦੀ ਕਲਰ ਕੋਡਿੰਗ ਹੈ। ਨੈਕਸਟ ਅਸੀਂ ਗੱਲ ਕਰਾਂਗੇ ਪ੍ਰੋਪਰਟੀਜ਼ ਆਫ R744, ਜੋ ਕਿ ਸਾਡੇ ਕੋਲ ਕਾਰਬਨ ਡਾਈਆਕਸਾਈਡ ਹੈ, ਜਿਸ ਨੂੰ ਅਸੀਂ CO2 ਦੇ ਨਾਲ ਡਿਨੋਟ ਕਰਦੇ ਹਾਂ। ਇਹ ਇੱਕ ਕੈਮੀਕਲ ਕੰਪਾਊਂਡ ਹੈ ਕਾਰਬਨ ਦਾ ਅਤੇ ਆਕਸੀਜਨ ਦਾ, ਜਿਹਦੇ ਇੱਕ ਮੋਲੀਕਿਊਲ ਦੇ ਵਿੱਚ ਇੱਕ ਕਾਰਬਨ ਦਾ ਅਤੇ 2 ਆਕਸੀਜਨ ਦੇ ਐਟਮਸ ਹੁੰਦੇ ਨੇ। ਇਸ ਦਾ ਕੈਮੀਕਲ ਫਾਰਮੂਲਾ CO2 ਲਿਖਿਆ ਜਾਂਦਾ, ਅਤੇ ਇਹ ਸਾਡੇ ਕੋਲ ਸਭ ਤੋਂ ਪੁਰਾਣਾ ਰੈਫਰੀਜਰੈਂਟ ਹੈ ਜੋ ਕਿ ਮਕੈਨੀਕਲ ਰੈਫਰੀਜਰੇਟਰ ਦੇ ਵਾਸਤੇ ਯੂਜ਼ ਕੀਤਾ ਜਾਂਦਾ। ਇਹ ਆਪਣੇ ਕੋਲ ਨॉन ਐਕਸਪਲੋਸਿਵ ਹੈ, ਨॉन ਫਲੇਮੇਬਲ ਹੈ, ਨॉन ਟੌਕਸਿਕ ਹੈ, ਨॉन ਕਰੋਸਿਵ ਹੈ ਅਤੇ ਓਡਰਲੈਸ ਹੈ, ਇਹਦੀ ਕੋਈ ਸਮੈਲ ਨਹੀਂ ਹੁੰਦੀ। ਇਟ ਇਜ਼ ਵੈਰੀ ਸੇਫ ਇਨ ਯੂਜ਼, ਸੋ ਇਟ ਇਜ਼ ਯੂਜ਼ਡ ਇਨ ਸ਼ਿਪਸ, ਏਅਰ ਕੰਡੀਸ਼ਨਿੰਗ ਇਨ ਥੀਏਟਰਸ, ਹੋਟਲਸ, ਹਸਪੀਟਲਸ ਐਂਡ ਸੱਚ ਪਲਾਂਟਸ, ਕਿ ਜਿੱਥੇ ਲੋਕਾਂ ਦੀ ਗੈਦਰਿੰਗ ਕਾਫੀ ਜ਼ਿਆਦਾ ਹੁੰਦੀ ਆ, ਜਿੱਥੋਂ ਸਾਡੇ ਕੋਲ CO2 ਦੀ ਪ੍ਰੋਡਕਸ਼ਨ ਕਾਫੀ ਜ਼ਿਆਦਾ ਹਾਈ ਮੰਨੀ ਜਾਂਦੀ ਹੈ, ਤਾਂ ਉਸ ਜਗ੍ਹਾ ਦੇ ਉੱਤੇ ਅਸੀਂ ਇਸ ਦਾ ਇਸਤੇਮਾਲ ਹਾਈਲੀ ਕਰਦੇ ਹਾਂ। ਨੈਕਸਟ ਕਹਿੰਦਾ ਜੀ ਬੋਇਲਿੰਗ ਪੁਆਇੰਟ ਆਫ ਕਾਰਬਨ ਡਾਈਆਕਸਾਈਡ ਇਜ਼ -73 ਡਿਗਰੀ ਸੈਂਟੀਗ੍ਰੇਡ, ਕਿ ਇਸਦਾ ਜੋ ਸਾਡੇ ਕੋਲ ਬੋਇਲਿੰਗ ਪੁਆਇੰਟ ਹੈ ਕਾਫੀ ਜ਼ਿਆਦਾ ਡਾਊਨ ਹੈ, -73 ਡਿਗਰੀ ਸੈਂਟੀਗ੍ਰੇਡ ਦੇ ਤਕਰੀਬਨ। ਨੈਕਸਟ ਪੁਆਇੰਟ ਦੇ ਵਿੱਚ ਉਹ ਗੱਲ ਕਰ ਰਿਹਾ ਅ ਪ੍ਰੈਸ਼ਰ ਆਫ 70 ਬਾਰ ਇਜ਼ ਰਿਕੁਆਇਰਡ ਟੂ ਲੀਕੀਫਾਈ ਦ ਗੈਸ ਐਟ 30 ਡਿਗਰੀ ਸੈਂਟੀਗ੍ਰੇਡ ਆਫ ਕੰਡੈਂਸਿੰਗ ਟੈਂਪਰੇਚਰ, ਕਿ ਜਦੋਂ ਸਾਡੇ ਕੋਲ ਕੰਡੈਂਸਿੰਗ ਟੈਂਪਰੇਚਰ -30 ਡਿਗਰੀ ਸੈਂਟੀਗ੍ਰੇਡ ਰਿਕੁਆਇਰਡ ਹੋਵੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਕਾਰਬਨ ਡਾਈਆਕਸਾਈਡ ਹੈ ਇਹ ਗੈਸਿਸ ਫਾਰਮ ਦੇ ਵਿੱਚ ਹੀ ਜ਼ਿਆਦਾਤਰ ਮਿਲਦੀ ਹੈ, ਪਰ ਜਦੋਂ ਇਸ ਨੂੰ ਅਸੀਂ ਇਸ ਟੈਂਪਰੇਚਰ ਦੇ ਉੱਤੇ ਲੀਕੀਫਾਈ ਕਰਨਾ ਹੋਵੇ ਤਾਂ ਤਕਰੀਬਨ 70 ਬਾਰ ਦਾ ਸਾਨੂੰ ਪ੍ਰੈਸ਼ਰ ਰਿਕੁਆਇਰਡ ਹੁੰਦਾ। ਬਿਕੋਜ਼ ਆਫ ਹਾਈ ਓਪਰੇਟਿੰਗ ਪ੍ਰੈਸ਼ਰ ਦ ਕੰਪਰੈਸਰ ਆਫ ਦ ਕਾਰਬਨ ਡਾਈਆਕਸਾਈਡ ਰੈਫਰੀਜਰੇਟਰ ਯੂਨਿਟ ਇਜ਼ ਵੈਰੀ ਸਮਾਲ, ਕਿ ਆਪਣੇ ਕੋਲ ਜਿਹੜਾ ਇਹਦਾ ਹੁਣ ਦੇਖਦੇ ਹਾਂ ਕਿ ਇੰਨਾ ਜ਼ਿਆਦਾ ਸਾਨੂੰ ਹਾਈ ਪ੍ਰੈਸ਼ਰ ਰਿਕੁਆਇਰਡ ਹੈ, ਤਾਂ ਜੇ ਇਹਦਾ ਓਪਰੇਟਿੰਗ ਪ੍ਰੈਸ਼ਰ ਹੈ ਕਾਫੀ ਜ਼ਿਆਦਾ ਹਾਈ ਹੈ, ਤਾਂ ਜਿਹੜੇ ਇਹਦੇ ਵਾਸਤੇ ਜੋ ਕੰਪਰੈਸਰ ਹੈ ਉਹ ਕਾਫੀ ਸਮੋਲ ਯੂਜ਼ ਹੁੰਦਾ। ਇਟ ਇਜ਼ ਸੈਲਡਮ ਯੂਜ਼ ਇਨ ਹਾਊਸ ਹੋਲਡ ਯੂਨਿਟਸ ਬਟ ਇਜ਼ ਮੇਨਲੀ ਯੂਜ਼ਡ ਇਨ ਇੰਡਸਟਰੀਅਲ ਐਪਲੀਕੇਸ਼ਨਸ, ਕਿ ਇਹ ਬਹੁਤ ਹੀ ਰੇਅਰਲੀ ਯੂਜ਼ ਕੀਤਾ ਜਾਂਦਾ ਹਾਊਸ ਹੋਲਡ ਪਰਪਸਿਸ ਵਾਸਤੇ, ਬਟ ਇਹਨੂੰ ਇੰਡਸਟਰੀਅਲ ਐਪਲੀਕੇਸ਼ਨ ਵਾਸਤੇ ਅਸੀਂ ਮੋਸਟਲੀ ਯੂਜ਼ ਕਰਦੇ ਹਾਂ।